विरासत टीवी ਦੇ ਨਾਲ जुड़े आप सारे ही दर्शकों का स्वागत है। आप सारे प्रोग्राम ਦੇ ਵਿੱਚ ਜੀ ਆਇਆਂ ਨੂੰ ਆਖਦਾ ਹਾਂ। ਤੁਹਾਡਾ ਦੋਸਤ ਤੇ ਹੋਸਟ ਇਕਬਾਲ ਸਿੰਘ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। उम्मीद है अरदास करदा जिथे किते होवोगे परमात्मा अकाल पुरख अल्लाह ताला दे पानी विच अपनी जिंदगी बतीत कर रहे होवोगे। दोस्तों प्रोग्राम दे विच कुछ खास किताबां तुहाडे रूबरू कीतियां जांदियां ने। उस किताब दे बारे चर्चा थोड़ी जी कीती जांदी है केवल बाहरी पक्ष तो, और थोड़ी कीती जांदी है भी उहदे अंदर की है। कारण की है कि असीं ये चाहुंदे हां बई पुस्तक सभ्याचार उपर फुलत होना चाहिए है। कोई भी कौम, कोई भी कबीला, कोई इलाका ਜਾਂ ਕਿਸੇ ਵੀ ਇਲਾਕੇ ਨਾਲ ਸੰਬੰਧਿਤ ਲੋਕ ਜੇ ਸਾਹਿਤ ਨਾਲ ਕਿਤਾਬਾਂ ਨਾਲ ਨਹੀਂ ਜੁੜਦੇ ਤੇ ਉਹ ਕਦੇ ਵੀ ਆਪਣੀ ਤਰੱਕੀ ਨਹੀਂ ਕਰ ਸਕਦੇ। ਉਹਨਾਂ ਵਿੱਚ ਕਦੇ ਨਰੋਆਪਣ ਨਹੀਂ ਆ ਸਕਦਾ। ਕਿਤਾਬਾਂ ਕਿਸੇ ਵੀ ਰੂਪ ਦੇ ਵਿੱਚ, ਚਾਹੇ ਉਹ ਇਤਿਹਾਸਕ ਹੋਣ, ਚਾਹੇ ਸਮਕਾਲੀ ਸਾਹਿਤ ਹੋਵੇ, ਜਾਂ ਕੁਝ ਕਿਤਾਬ ਦੇ ਵਿੱਚ ਭਵਿੱਖ ਸੰਬੰਧੀ ਚੰਗੇ ਸੁਪਨੇ ਸਿਰਜੇ ਹੋਣ, ਔਰ ਉਹ ਸੁਪਨਿਆਂ ਨੂੰ ਸੱਚ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਕਿਤਾਬਾਂ ਦੇ ਰਾਹੀਂ ਅਸੀਂ ਉਹ ਸੁਪਨਿਆਂ ਨੂੰ ਜਿਉਂ ਕੇ ਵੇਖੀਏ ਇੱਕ ਵਾਰੀ, ਭਾਵੇਂ ਸੁਪਨੇ ਦੇ ਤੌਰ 'ਤੇ ਹੀ ਸਹੀ। ਬਹੁਤ ਕੁਝ ਐਸਾ ਸਾਨੂੰ ਲਿਖਿਆ ਮਿਲਦਾ ਆ, ਬਹੁਤ ਕੁਝ ਐਸਾ ਪੜ੍ਹਨ ਨੂੰ ਮਿਲਦਾ ਆ ਜਿਹਨੂੰ ਪੜ੍ਹ ਕੇ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵਾਂਪਣ ਆਉਂਦਾ ਆ। ਜ਼ਿੰਦਗੀ ਦੇ ਤੌਰ ਤਰੀਕਿਆਂ ਦੇ ਦੌਰਾਨ, ਜ਼ਿੰਦਗੀ ਜਿਉਂਦੇ ਹੋਏ ਸਾਡੀ ਸੋਚ ਦੇ ਵਿੱਚ ਕਈ ਬਦਲਾਅ ਹੁੰਦੇ ਨੇ। ਖੈਰ ਅੱਜ ਜਿਹੜੀ ਕਿਤਾਬ ਦੀ ਮੈਂ ਗੱਲ ਕਰਨ ਜਾ ਰਿਹਾ, ਇਹ ਇਤਿਹਾਸ ਨਾਲ ਜੁੜੀ ਹੋਈ ਕਿਤਾਬ ਹੈ ਜੋ ਆਪਣੇ ਆਪ ਦੇ ਵਿੱਚ ਬਾਕਮਾਲ ਹੈ। ਕਿਉਂਕਿ ਜਦੋਂ ਵੀ ਦੇਸ਼ ਦੀ ਆਜ਼ਾਦੀ ਦੀ ਗੱਲ ਤੁਰਦੀ ਹੈ ਤੇ ਉੱਥੇ ਜ਼ਿਕਰ ਹੁੰਦਾ ਆ ਜਲਿਆਂ ਵਾਲੇ ਬਾਗ ਦਾ। ਤਕਰੀਬਨ 100 ਸਾਲ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ, ਪਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਅੱਜ ਵੀ ਹਰ ਭਾਰਤ ਵਾਸੀ, ਹਰ ਦੇਸ਼ ਵਾਸੀ ਦੇ ਸੀਨੇ ਵਿੱਚ ਉਸੇ ਤਰ੍ਹਾਂ ਕਾਇਮ ਹੈ। 13 ਅਪ੍ਰੈਲ 1919 ਨੂੰ ਜਲਿਆਂ ਵਾਲਾ ਬਾਗ ਹੱਤਿਆਕਾਂਡ ਜਦੋਂ ਵਾਪਰਿਆ, ਉਸ ਵੇਲੇ ਦੇ ਹਾਲਾਤ ਕੀ ਸੀ? ਭਾਵੇਂ ਕਿ ਬਹੁਤ ਉਹਦੇ ਵਿੱਚੋਂ ਪੈਦਾ ਹੋਇਆ, ਉਹਦੇ ਨਤੀਜੇ ਬਾਕਮਾਲ ਨਿਕਲੇ ਆ ਉਸ ਹੱਤਿਆਕਾਂਡ ਤੋਂ ਬਾਅਦ। ਔਰ ਇਹ ਵੀ ਅਸੀਂ ਸਮਝ ਸਕਦੇ ਹਾਂ ਬਈ ਅੰਗਰੇਜ਼ੀ ਹਕੂਮਤ ਨੂੰ ਜਾਂ ਬਰਤਾਨੀਆ ਹਕੂਮਤ ਨੂੰ ਦੇਸ਼ ਵਿੱਚੋਂ ਧੱਕਾ ਦੇਣ ਵਾਸਤੇ ਜਾਂ ਦੇਸ਼ ਵਿੱਚੋਂ ਬਾਹਰ ਕੱਢਣ ਵਾਸਤੇ ਉਹ ਇੱਕ ਚਿੰਗਾਰੀ ਦੇ ਰੂਪ ਦੇ ਵਿੱਚ ਹੀ, ਜਿਹੜੀ ਬਾਅਦ ਵਿੱਚ ਜਵਾਲਾਮੁਖੀ ਵਾਂਗੂ ਫਟੀ। ਭਾਵੇਂ ਕਿ ਇਸ ਤੋਂ ਪਹਿਲਾਂ ਜੱਦੋ ਜਹਿਦ ਅੰਗਰੇਜ਼ ਹਕੂਮਤ ਦੇ ਖਿਲਾਫ ਆਰੰਭ ਹੋ ਚੁੱਕੀ ਸੀ। ਜਿਵੇਂ ਮਿਸਾਲ ਦੇ ਤੌਰ 'ਤੇ ਮੈਂ ਪੰਜਾਬ ਦੀ ਗੱਲ ਕਰਦਾ, ਕਿਉਂਕਿ ਪੰਜਾਬ ਦੀ ਧਰਤੀ ਉੱਤੇ ਸ੍ਰੀ ਅੰਮ੍ਰਿਤਸਰ ਵਿਖੇ ਜਲਿਆਂਵਾਲੇ ਬਾਗ ਹੱਤਿਆਕਾਂਡ ਵਾਪਰਿਆ ਸੀ। ਸੋ ਪੰਜਾਬ ਦੀ ਧਰਤੀ ਦੇ ਉੱਤੋਂ ਹੀ ਇੱਕ ਵੱਡਾ ਵਿਰੋਧ, ਰੋਸ, ਪ੍ਰੋਟੈਸਟ ਸ਼ੁਰੂ ਹੋ ਚੁੱਕਿਆ ਸੀ ਜਦੋਂ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਕੰਧ ਢਾਹ ਦਿੱਤੀ ਗਈ ਸੀ ਤਾਂ ਕਿ ਵਾਇਸਰਾਏ ਦੀ ਕੋਠੀ ਨੂੰ ਸਿੱਧੀ ਸੜਕ ਬਣਾਈ ਜਾ ਸਕੇ। ਤੇ ਉਹ ਪੰਜਾਬੀਆਂ ਵੱਲੋਂ ਜਾਂ ਸਿੱਖਾਂ ਦੇ ਵੱਲੋਂ ਇੱਕ ਪ੍ਰੋਟੈਸਟ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਸੀਗਾ 1914 ਦੇ ਵਿੱਚ, ਔਰ 1918 ਤੱਕ ਉਹ ਬਾਦਸਤੂਰ ਚੱਲਦਾ ਰਿਹਾ। 1919 ਵਿੱਚ ਹੱਤਿਆਕਾਂਡ ਵਾਪਰਦਾ ਆ, ਫਿਰ 1920 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ। 1921 ਦੇ ਵਿੱਚ ਸਾਕਾ ਨਨਕਾਣਾ ਸਾਹਿਬ ਵਾਪਰਦਾ ਆ, ਔਰ ਅਕਾਲੀ ਲਹਿਰ ਜੋ ਉਸ ਵੇਲੇ ਬਾਕਮਾਲ ਰੋਲ ਅਦਾ ਕਰਦੀ ਹੈ, ਫਿਰ ਉਹ ਸਾਕਿਆਂ ਦੇ ਵਿੱਚੋਂ, ਸ਼ਹਾਦਤਾਂ ਦੇ ਵਿੱਚੋਂ, ਮੋਰਚਿਆਂ ਦੇ ਵਿੱਚੋਂ ਬਹੁਤ ਕੁਝ ਇਸ ਦੇਸ਼ ਨੂੰ ਲੈ ਕੇ ਦਿੰਦੀ ਹੈ। ਖੈਰ ਅੱਜ ਜਿਸ ਕਿਤਾਬ ਦਾ ਮੈਂ ਜ਼ਿਕਰ ਕਰਨ ਜਾ ਰਿਹਾ, ਇਹ ਕਿਤਾਬ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ, ਜਿਹਨੂੰ ਪੰਜਾਬੀ ਨਾਵਲ ਦੇ ਪਿਤਾਮਾ ਵੀ ਕਿਹਾ ਜਾਂਦਾ ਹੈ, ਤੁਸੀਂ ਸਮਝ ਗਏ ਹੋਗੇ ਕਿ ਸਰਦਾਰ ਨਾਨਕ ਸਿੰਘ ਵੱਲੋਂ ਲਿਖੀ ਹੋਈ ਹੈ। ਇਹ ਉਹਨਾਂ ਦੀ ਪਹਿਲੀ ਕਵਿਤਾ ਦੀ ਕਿਤਾਬ ਸੀ ਜਿਹਦਾ ਨਾਮ ਸੀਗਾ ਖੂਨੀ ਵਿਸਾਖੀ। ਵਿਸਾਖੀ ਵਾਲੇ ਦਿਨ ਵਾਪਰਿਆ ਜਲਿਆਂਵਾਲਾ ਬਾਗ ਹੱਤਿਆਕਾਂਡ ਉਹਨਾਂ ਨੇ ਆਪਣੀਆਂ ਅੱਖਾਂ ਰਾਹੀਂ ਵੇਖਿਆ ਸੀਗਾ 1919 ਦੇ ਵਿੱਚ, ਔਰ 1920 ਦੇ ਵਿੱਚ ਉਹਨਾਂ ਨੇ ਇੱਕ ਕਿਤਾਬ ਲਿਖੀ ਜਿਸ ਦਾ ਨਾਮ ਸੀਗਾ ਖੂਨੀ ਵਿਸਾਖੀ। ਔਰ ਤਕਰੀਬਨ ਇਹ ਕਿਤਾਬ ਹੁਣ 100 ਸਾਲ ਬਾਅਦ 1919 ਤੋਂ 2019 ਦੇ ਵਿੱਚ ਜਦੋਂ 100 ਸਾਲਾ ਸ਼ਹੀਦੀ ਸ਼ਤਾਬਦੀ ਜਲਿਆਂਵਾਲੇ ਬਾਗ ਦੀ ਮਨਾਈ ਗਈ ਦੇਸ਼ ਭਰ ਦੇ ਵਿੱਚ, ਤੇ ਉਸ ਵੇਲੇ ਇਸ ਕਿਤਾਬ ਨੂੰ ਮੁੜ ਪ੍ਰਕਾਸ਼ਿਤ ਕੀਤਾ ਗਿਆ, ਔਰ ਕੁਲਵੰਤ ਸਿੰਘ ਸੂਰੀ ਲੋਕ ਸਾਹਿਤ ਪ੍ਰਕਾਸ਼ਨ ਦੇ ਵੱਲੋਂ ਮੁੜ ਇਹ ਕਿਤਾਬ ਪ੍ਰਕਾਸ਼ਿਤ ਕੀਤੀ ਗਈ। ਇਹ ਕਿਤਾਬ ਸਮਰਪਣ ਕੀਤੀ ਗਈ ਦੇਸ਼ ਦੀ ਆਜ਼ਾਦੀ ਲਈ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਵਿੱਚ ਹੋਏ ਅਮਰ ਸ਼ਹੀਦਾਂ ਦੇ ਨਾਮ। ਔਰ ਇਸ ਕਿਤਾਬ ਦਾ ਜਿਵੇਂ ਮੈਂ ਦੱਸਿਆ ਵੀ ਜਦੋਂ 1920 ਦੇ ਵਿੱਚ ਕਿਤਾਬ ਪਹਿਲੀ ਵਾਰੀ ਛਪੀ ਸੀ, ਪ੍ਰਕਾਸ਼ਿਤ ਹੋਈ ਸੀ, ਤੇ ਅੰਗਰੇਜ਼ ਹਕੂਮਤ ਨੇ ਇਸ ਕਿਤਾਬ ਉੱਤੇ ਪਾਬੰਦੀ ਲਾ ਦਿੱਤੀ ਸੀ। ਉਸ ਵੇਲੇ ਇਸ ਕਿਤਾਬ ਦੀ ਜਿਹੜੀ ਕੀਮਤ ਹੈ ਉਹ ਕੇਵਲ ਜਿਹੜੀ ਹੈ
ਉਹ 25 ਕੁ ਆਨੇ ਇਹਦੀ ਜਿਹੜੀ ਕੀਮਤ ਰੱਖੀ ਗਈ ਸੀ। ਔਰ 1920 ਦੇ ਵਿੱਚ ਜੋ ਟਾਈਟਲ ਪਹਿਲੀ ਵਾਰੀ ਛਪਿਆ ਸੀ, ਪ੍ਰਕਾਸ਼ਿਤ ਹੋਇਆ ਸੀਗਾ, ਉਹ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਵੀ ਕਿਸ ਰੂਪ ਦੇ ਵਿੱਚ ਜਿਹੜਾ ਲਿਖਿਆ ਹੋਇਆ ਸੀ, ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਪ੍ਰੀਤੀ ਮਾਰ ਪਈ ਕੁਰਲਾਣੇ, ਤੈਂ ਕੀ ਦਰਦ ਨਾ ਆਇਆ ਤੇ ਖੂਨੇ ਵਿਸਾਖੀ, ਜਲਿਆਂਵਾਲੇ ਬਾਗ ਵਿੱਚ ਜਨਰਲ ਡਾਇਰ ਦੇ ਫਾਇਰ। ਸੋ ਇਹ ਕਿਤਾਬ ਜਿਹੜੀ ਛਪੀ। ਔਰ ਉਸ ਵੇਲੇ ਜੋ ਜਿਹੜੀ ਉਹਨਾਂ ਦੀ ਉਮਰ ਸੀ, ਬਹੁਤ ਛੋਟੀ ਉਮਰ ਸੀ ਨਾਨਕ ਸਿੰਘ ਹੁਣਾਂ ਦੀ, ਉਹਨੇ ਤਸਵੀਰ ਵੀ ਜਿਹੜੀ ਹੈ ਉਹ ਕਿਤਾਬ ਦੇ ਵਿੱਚ ਛਪੀ ਸੀਗੀ। ਔਰ ਹੁਣ ਜਿਹੜੀ ਇਹ ਕਿਤਾਬ ਨਵੇਂ ਰੂਪ ਦੇ ਵਿੱਚ ਸਾਡੇ ਕੋਲ ਛਪ ਕੇ ਪਹੁੰਚੀ ਹੈ, ਇਹ ਪੇਪਰ ਬੈਕ ਹੈਗੀ ਹੈ, ਤਕਰੀਬਨ 152 ਇਹਦੇ ਪੰਨੇ ਆ। ਇਹਦੇ ਵਿੱਚ ਜਿਹੜੀ ਮੂਲ ਕਿਤਾਬ ਸੀਗੀ ਜਿਹੜੀ ਨਾਨਕ ਸਿੰਘ ਹੁਣਾਂ ਵੱਲੋਂ ਲਿਖੀ ਹੋਈ, ਉਹਦੇ ਜਿਹੜੇ ਆਰੰਭਕ 35 ਪੰਨੇ ਹੈਗੇ ਨੇ, ਜਿਹਦੇ ਵਿੱਚ ਕਵਿਤਾਵਾਂ ਆਰੰਭ ਦੇ ਵਿੱਚ ਸ਼ਾਮਲ ਹੈਗੀਆਂ ਨੇ। ਉਸ ਤੋਂ ਪਹਿਲਾਂ ਮੁੱਖਬੰਦ ਹੈ, ਮੁੱਖਬੰਦ ਲਿਖਿਆ ਗਿਆ ਹੈ। ਉਹਦੇ ਬਾਅਦ ਖੂਨੀ ਵਿਸਾਖੀ ਕਿਤਾਬ ਜਿਹੜੀ ਹੈ ਉਹ ਆਰੰਭ ਹੁੰਦੀ ਹੈ। ਮੈਂ ਮੁੱਖਬੰਦ ਦੀ ਗੱਲ ਕਰਾਂ, ਉਹ ਨਵਦੀਪ ਸਿੰਘ ਸੂਰੀ ਹੁਣਾਂ ਵੱਲੋਂ ਲਿਖਿਆ ਗਿਆ। ਫਿਰ ਖੂਨੀ ਵਿਸਾਖੀ ਕਿਤਾਬ ਆਰੰਭ ਹੁੰਦੀ ਹੈ, ਜਿਹਦੀ ਪਹਿਲੀ ਜਿਹੜੀ ਕਵਿਤਾ ਸੀ ਉਹ ਪ੍ਰਾਰਥਨਾ ਸੀਗੀ, ਕਲਗੀ ਵਾਲੜੇ ਸ਼ਹਿਨਸ਼ਾਹ ਪਿਤਾ ਮੇਰੇ, ਚਰਨਾ ਤੇਰਿਆਂ ਤੇ ਨਮਸਕਾਰ ਸਤਿਗੁਰ, ਤੂੰ ਹੈ ਪੁਸ਼ਟ ਪਨਾਹ ਨਿਮਾਣਿਆਂ ਦਾ, ਦੀਨ ਬੰਦ ਤੂੰ ਵਿੱਚ ਸੰਸਾਰ ਸਤਿਗੁਰ। ਤੇ ਫਿਰ ਰੌਲਟ ਬਿੱਲ ਦਾ ਰੌਲਾ, ਹਿੰਦ ਵੱਲੋਂ ਪੁਕਾਰ, ਬਿੱਲ ਪਾਸ ਹੁੰਦਾ ਆ, ਜਲਸੇ ਤੇ ਮਾਰਸ਼ਲ ਲਾ ਲੱਗਦਾ ਆ। ਫਿਰ ਅੰਮ੍ਰਿਤਸਰ ਦੇ ਸਿਰ ਕੀ ਬੀਤੀ, ਉਹ ਕਵਿਤਾ ਆ। ਰਾਮਨੌਮੀ ਦਾ ਤਿਉਹਾਰ ਜਿਹੜਾ ਆ ਉਹ ਹਿੰਦੂ ਤੇ ਮੁਸਲਮਾਨਾਂ ਨੇ ਜਦੋਂ ਸਾਂਝੇ ਤੌਰ ਤੇ ਮਨਾਇਆ, ਇਹ ਆਪਣੇ ਆਪ ਦੇ ਵਿੱਚ ਉਸ ਵੇਲੇ ਦੀ, ਜਾਂ ਮੈਂ ਕਹਿੰਦਾ ਹੁਣ ਤੱਕ ਦੇ ਇਤਿਹਾਸ ਦੀ ਗੱਲ ਵੀ ਕਰੀਏ ਤੇ ਇੱਕ ਵਿਲੱਖਣ ਘਟਨਾ ਸੀ। ਬੜੀ ਕਮਾਲ ਦੀ ਲਿਖਤ ਹੈ। ਕਹਿੰਦੇ ਨੇ ਸਾਰੇ ਸਿੱਖ ਹਿੰਦੂ ਅਤੇ ਮੁਸਲਮਾਨਾਂ ਰਲ ਮਿਲ ਕੇ ਇਹ ਪੁਰਬ ਮਨਾਇਆ ਸੀ, ਮੁਸਲਮਾਨਾਂ ਨੇ ਅੱਜ ਇਤਫਾਕ ਵਾਲਾ ਇੱਕ ਅਦੁੱਤੀ ਸਬੂਤ ਵਿਖਾਇਆ ਸੀ। ਸੋ ਬਾ ਕਮਾਲ ਦੀ ਜਿਹੜੀ ਕਾਵਿ ਸ਼ੈਲੀ ਹੈ। ਪਰ ਇਹ ਮੈਂ ਸਮਝਦਾ ਜਿਹੜੀ ਹੁਣ ਐਡੀਸ਼ਨ ਛਪ ਕੇ ਆਇਆ ਨਾ, ਇਹਦੇ ਵਿੱਚ ਇੱਕ ਹੋਰ ਬੜੀ ਖਾਸ ਗੱਲ ਹੈ, ਕਿਉਂਕਿ ਜਿਵੇਂ ਮੁੱਖਬੰਦ ਹੈ, ਫਿਰ ਖੂਨੀ ਵਿਸਾਖੀ ਕਿਤਾਬ ਹੈ, ਔਰ ਫਿਰ ਹੈਗਾ ਜੀ 51 ਨੰਬਰ ਪੇਜ ਤੇ ਉਹ ਬਾਗ, ਉਹ ਕਿਤਾਬ ਅਤੇ ਸਾਡੇ ਬਾਊ ਜੀ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਦਸਤਾਵੇਜ਼ ਹੈ। ਫਿਰ ਅੱਗੇ ਮੈਂ ਤੇ ਮੇਰਾ ਪੜਦਾਦਾ ਸਿਡਨੀ ਰੌਲਟ। ਹੁਣ ਜਿਹੜਾ ਇਹ ਚੌਥੇ ਨੰਬਰ ਤੇ ਜੋ ਆਰਟੀਕਲ ਹੈਗਾ ਆ, ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵਾਂ, 98 ਨੰਬਰ ਪੰਨੇ ਉੱਤੇ ਹੈਗਾ, 98 ਨੰਬਰ ਤੇ। ਔਰ ਇਹ ਉਸੇ ਪਰਿਵਾਰ ਦੇ ਵੰਸ਼ ਵੱਲੋਂ ਲਿਖਿਆ ਗਿਆ ਆ, ਵਾਰਸ ਵੱਲੋਂ ਲਿਖਿਆ ਗਿਆ ਆ, ਜਿਸ ਨੇ, ਜੋ ਜਨਰਲ ਡਾਇਰ, ਜਿਸ ਨੇ ਇਹ ਸਾਰਾ ਹੱਤਿਆਕਾਂਡ ਰਚਿਆ ਔਰ ਕਈ ਲੋਕਾਂ ਨੂੰ, ਸੈਂਕੜੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ, ਹਜ਼ਾਰਾਂ ਲੋਕ ਜ਼ਖਮੀ ਹੋਏ, ਤੇ ਉਹਦੇ ਵੱਲੋਂ ਲਿਖਿਆ ਹੋਇਆ। ਔਰ ਇਹਦੇ ਵਿੱਚ ਕੀ ਹੋ ਸਕਦਾ ਕਿ ਇਹ ਨੈਗੇਟਿਵ ਪੱਖ ਤੋਂ ਹੈਗਾ ਆ ਜਾਂ ਪੋਜ਼ਿਟਿਵ ਪੱਖ ਤੋਂ ਹੈਗਾ ਆ। ਇਹਦੇ ਵਿੱਚ ਜਿਹੜਾ ਵਿਸ਼ਲੇਸ਼ਣ ਉਹਨੇ ਆਪਣੇ ਦਾਦੇ ਬਾਰੇ ਕੀਤਾ ਹੋਊਗਾ, ਪੋਤੇ ਨੇ, ਉਹ ਕਿਸ ਤਰ੍ਹਾਂ ਦਾ ਹੈ, ਇਹਦੇ ਵਾਸਤੇ ਤੁਹਾਨੂੰ ਕਿਤਾਬ ਜ਼ਰੂਰ ਪੜ੍ਹਨੀ ਚਾਹੀਦੀ ਹੈ। ਉਸ ਤੋਂ ਬਾਅਦ ਹੈਗਾ ਜੀ ਖੂਨੀ ਵਿਸਾਖੀ, ਇਤਿਹਾਸਕ ਅਤੇ ਮਾਨਵੀ ਸਰੋਕਾਰ। ਇਹ ਜਿਹੜਾ ਵਿਸ਼ਾ ਹੈਗਾ ਆ, ਇਹ ਖਾਸ ਤੌਰ ਤੇ ਲਿਖਿਆ ਹੋਇਆ ਡਾਕਟਰ ਹਰਭਜਨ ਸਿੰਘ ਭਾਟੀਆ ਵੱਲੋਂ, ਔਰ ਇਹ ਵੀ ਆਪਣੇ ਆਪ ਦੇ ਵਿੱਚ ਬਾਕਮਾਲ ਦੀ ਰਚਨਾ ਆ। ਔਰ ਉਹਦੇ ਬਾਅਦ ਖੂਨੀ ਵਿਸਾਖੀ ਦੇ ਬਾਰੇ ਹੈ, ਤੇ ਅੱਗੇ 144 ਨੰਬਰ ਪੰਨੇ ਉੱਤੇ ਅੰਤਕ ਹੈਗਾ ਆ। ਸਮੁੱਚੀ ਕਿਤਾਬ ਜਿਹੜੀ ਹੈ ਪੜ੍ਹਨ ਯੋਗ ਹੈ, ਔਰ ਬਹੁਤ ਖੂਬਸੂਰਤੀ ਦੇ ਨਾਲ ਇਹ ਕਿਤਾਬ ਨੂੰ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਹੈ। ਫੌਂਟ ਸਾਈਜ਼ ਬਾਕਮਾਲ ਹੈ, ਪ੍ਰਿੰਟਿੰਗ ਜੋ ਹੈ, ਛਪਾਈ ਬਹੁਤ ਖੂਬਸੂਰਤ ਹੈ। ਪੇਪਰ ਬੈਕ ਇਹ ਕਿਤਾਬ ਹੈ, ਤੇ ਜ਼ਰੂਰ ਮੈਂ ਸਮਝਦਾ ਬਈ ਸਾਨੂੰ ਇਹ ਕਿਤਾਬ ਪੜ੍ਹਨੀ ਚਾਹੀਦੀ ਹੈ, ਕਿਉਂਕਿ ਇਸ ਕਿਤਾਬ ਦੇ ਉੱਤੇ ਅੰਗਰੇਜ਼ ਹਕੂਮਤ ਨੇ ਤੁਰੰਤ ਪਾਬੰਦੀ ਲਾ ਦਿੱਤੀ ਸੀ। ਔਰ 100 ਸਾਲ ਬਾਅਦ ਇਹ ਕਿਤਾਬ ਮੁੜ ਛਪ ਕੇ ਆਈ ਹੈ। ਤੇ ਮੈਨੂੰ ਲੱਗਦਾ ਵੀ ਆਪਣੇ ਇਤਿਹਾਸ ਨਾਲ ਜੁੜੇ ਰਹਿਣ ਦੇ ਵਾਸਤੇ, ਜਾਂ ਜੋ ਕੁਝ ਉਸ ਵੇਲੇ ਹੋਇਆ ਸੀਗਾ ਉਹਦੇ ਬਾਰੇ ਹੋਰ ਜਾਣਕਾਰੀ ਸੱਜਿਓ ਖੱਬਿਓਂ ਪ੍ਰਾਪਤ ਕਰਨ ਵਾਸਤੇ, ਜੋ ਕੱਚੀ ਵੀ ਹੋ ਸਕਦੀ ਹੈ, ਅਧੂਰੀ ਵੀ ਹੋ ਸਕਦੀ ਹੈ, ਉਹਦੀ ਥਾਂ ਇੱਕ ਸਟੀਕ ਜਾਣਕਾਰੀ, ਜਿਹਦੇ ਵਿੱਚ ਵੱਖ-ਵੱਖ ਵਿਦਵਾਨਾਂ ਦੇ ਲੇਖ ਵੀ ਨੇ। ਕਿਉਂਕਿ ਕਵਿਤਾ ਪੱਖ ਜੋ ਨਾਨਕ ਸਿੰਘ ਹੁਣਾਂ ਦਾ ਹੈਗਾ ਉਹ ਤਾਂ ਬਾਕਮਾਲ ਹੈਗਾ ਹੀ ਹੈ, ਪਰ ਇਸ ਕਿਤਾਬ ਦਾ ਜਿਹੜਾ ਵਾਰਤਕ ਪੱਖ ਹੈ, ਜਦੋਂ ਉਹਨੂੰ ਅਸੀਂ ਪੜ੍ਹਦੇ ਹਾਂ ਤੇ ਉਹ ਆਪਣੇ ਆਪ ਦੇ ਵਿੱਚ ਸਾਨੂੰ ਮਹਿਸੂਸ ਹੋਏਗਾ ਵੀ ਇੱਕ ਇਤਿਹਾਸਕ ਦਸਤਾਵੇਜ਼ ਹੈ, ਜਿਸ ਨੂੰ ਸੰਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ, ਤਾਂ ਕਿ ਪਿਛਲੇ 100 ਸਾਲ ਜਿਹੜੇ ਲੰਘ ਗਏ ਉਹ ਤੇ ਇੱਕ ਪਾਸੇ ਰਹੇ, ਆਉਣ ਵਾਲੇ ਸੈਂਕੜੇ ਸਾਲਾਂ ਤੱਕ ਸਾਡੀਆਂ ਕੁਰਬਾਨੀਆਂ, ਸਾਡੀਆਂ ਸ਼ਹਾਦਤਾਂ, ਦੇਸ਼ ਪ੍ਰਤੀ ਸਾਡੀ ਇਮਾਨਦਾਰੀ ਉਹ ਵਿਸ਼ਵ ਦੇ ਲੋਕਾਂ ਨੂੰ ਪਤਾ ਲੱਗਦੀ ਰਹੇ। ਤੇ ਖਾਸ ਤੌਰ ਤੇ ਉਸ ਤੋਂ ਪਹਿਲਾਂ ਵੀ ਸਾਡੀ ਆਪਣੀ ਨੌਜਵਾਨ ਪੀੜ੍ਹੀ ਨੂੰ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕੀ ਕੁਝ ਸਾਡੀ ਹਿੱਕ ਤੇ ਹੋਇਆ, ਕੀ ਕੁਝ ਸਾਡੇ ਬਜ਼ੁਰਗਾਂ ਨੇ ਸਹਿਆ, ਤੇ ਫਿਰ ਜਾ ਕੇ ਅਸੀਂ ਜਿਹੜੇ ਆਜ਼ਾਦੀ ਪ੍ਰਾਪਤ ਕੀਤੀ ਜਾਂ ਦੇਸ਼ ਦਾ ਬਟਵਾਰਾ ਕਰਵਾਇਆ, ਇਹ ਵੀ ਕਹਿ ਸਕਦੇ ਹਾਂ ਅਸੀਂ।
ਔਰ ਕਿੰਨੀਆਂ ਸ਼ਹਾਦਤਾਂ ਤੋਂ ਬਾਅਦ ਅੰਗਰੇਜ਼ ਦੀ ਚਲਾਕੀ ਦੇ ਨਾਲ ਇੱਕ ਮੁਲਕ ਦਾ ਬਟਵਾਰਾ ਕਰਕੇ ਸੱਭਿਆਚਾਰ, ਕਲਾ, ਬੋਲੀ ਤੇ ਲੋਕਾਂ ਨੂੰ ਇੱਕ ਦੂਜੇ ਨਾਲ ਤੋੜ ਦਿੱਤਾ ਗਿਆ। ਲੱਖਾਂ ਲੋਕ ਬੇਘਰ ਹੋਏ, ਲੱਖਾਂ ਲੋਕ ਕਤਲ ਕੀਤੇ ਗਏ, ਲੱਖਾਂ ਇੱਜ਼ਤਾਂ ਤਾਰ-ਤਾਰ ਕੀਤੀਆਂ ਗਈਆਂ। ਇਹ ਸਾਰੀ ਅੰਗਰੇਜ਼ ਹਕੂਮਤ ਦੀ ਇੱਕ ਬਹੁਤ ਚਲਾਕੀ ਦੇ ਨਾਲ ਇੱਕ ਪਾਲਿਸੀ ਤਹਿਤ ਇਹ ਸਾਰਾ ਕੁਝ ਹੋਇਆ ਸੀਗਾ। ਅਸੀਂ ਜਦੋਂ ਆਪਣੇ ਇਤਿਹਾਸ ਦੇ ਦਸਤਾਵੇਜ਼ ਪੜ੍ਹਦੇ ਹਾਂ ਤੇ ਫਿਰ ਇਹਨਾਂ ਗੱਲਾਂ ਦਾ ਪਤਾ ਲੱਗਦਾ ਆ। ਨਹੀਂ ਤੇ ਅਸੀਂ ਦੇਖਾ ਦੇਖੀ ਸੋਹਲੇ ਗਾਉਂਦੇ ਰਹਿੰਦੇ ਹਾਂ ਆਪਣੇ ਹੀ ਦੁਸ਼ਮਣਾਂ ਦੇ, ਆਪਣੇ ਹੀ ਵਿਰੋਧੀਆਂ ਦੇ। ਹੋ ਸਕਦਾ ਆ ਮੇਰੇ ਵਿਚਾਰ ਨਾਲ ਸਾਰੇ ਸਹਿਮਤ ਨਾ ਹੋਣ, ਪਰ ਆਪਣੇ ਇਤਿਹਾਸ ਨਾਲ ਜੁੜੇ ਆ ਸਾਨੂੰ ਬਹੁਤ ਕੁਝ ਪਤਾ ਲੱਗਦਾ ਆ, ਇੱਕ ਨਵਾਂ ਦ੍ਰਿਸ਼ਟੀਕੋਣ ਬਣਦਾ ਆ। ਔਰ ਮੈਂ ਸਮਝਦਾ ਉਹਦੇ ਵਾਸਤੇ ਸਾਨੂੰ ਚੰਗੀਆਂ ਕਿਤਾਬਾਂ ਤੇ ਇਤਿਹਾਸਕ ਦਸਤਾਵੇਜ਼ ਜ਼ਰੂਰ ਫਰੋਲਣੇ ਚਾਹੀਦੇ ਨੇ, ਜਿਗਿਆਸੂਆਂ ਦੇ ਵਾਂਗੂ, ਵਿਦਿਆਰਥੀਆਂ ਦੇ ਵਾਂਗੂ, ਤਾਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਉਣ ਵਾਲੀ ਪਨੀਰੀ ਨੂੰ ਆਪਣੇ ਇਤਿਹਾਸ, ਸੱਭਿਆਚਾਰ ਤੇ ਵਿਰਾਸਤ ਨਾਲ ਜੋੜ ਸਕੀਏ। ਸੋ ਇਹ ਸੀ ਜੀ ਕਿਤਾਬ ਖੂਨੀ ਵਿਸਾਖੀ। ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ ਵਿੱਚ ਵਾਪਰੇ ਖੂਨੀ ਸਾਕੇ ਦੀ ਅੱਖੀਂ ਦੇਖੀ ਦਰਦਨਾਕ ਦਾਸਤਾਨ। ਲੇਖਕ ਨਾਨਕ ਸਿੰਘ, ਕਵਿਤਾ ਦੇ ਮੋੜ ਦੇ ਵਿੱਚ ਹੈ। ਨਵਾਂ ਐਡੀਸ਼ਨ ਛਪ ਚੁੱਕਿਆ ਆ, ਜ਼ਰੂਰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ। ਸੋ ਮਿਲਦੇ ਹਾਂ ਅਗਲੇ ਐਪੀਸੋਡ ਦੇ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।